हाँ जी दोस्तों, थोड़ा स्वागत है साडे चैनल छोटा नपाउण मानसा ते। जो पहली बार विजिट कर रहा है प्लीज़ चैनल ਨੂੰ सबसक्राइब कर लैन। ਪਹਿਲਾਂ ਅਸੀਂ ਇੱਕ ਨਵੀਂ ਚੀਜ਼ ਲੈ ਕੇ ਹਾਜ਼ਰ ਹੋਏ ਸੀ, ਜਿਸ ਦੇ ਵਿੱਚ ਕੀ ਸੀਗੀਆਂ ਕਿ 7-8 ਡਿਕਟੇਸ਼ਨਾਂ ਨੂੰ ਲੈ ਕੇ ਇੱਕ ਵੀਡੀਓ ਬਣਾਈ ਗਈ ਸੀ ਅਤੇ ਫਿਰ ਇੱਕ 10 ਡਿਕਟੇਸ਼ਨਾਂ 90 ਦੀ ਸਪੀਡ 'ਤੇ ਲੈ ਕੇ ਇੱਕੋ ਹੀ ਵੀਡੀਓ ਬਣਾਈ ਗਈ ਸੀ। ਅਤੇ ਹੁਣ ਉਸੇ ਚੀਜ਼ ਦੀ ਫਿਰ ਮੰਗ ਹੋ ਰਹੀ ਹੈ, ਕਿਉਂਕਿ ਕਈ ਸਟੂਡੈਂਟਸ ਦੇ ਮੈਸੇਜ ਆ ਰਹੇ ਆ ਔਰ ਫੋਨ ਕਾਲਸ ਵੀ ਆ ਰਹੀਆਂ ਕਿ ਸਰ ਇਸ ਤਰ੍ਹਾਂ ਦੀ ਡਿਕਟੇਸ਼ਨ ਦੁਬਾਰਾ ਬਣਾਓ, ਇੱਕ ਲੌਂਗ ਡਿਕਟੇਸ਼ਨ ਤਿਆਰ ਕਰੋ। ਉਸ ਚੀਜ਼ ਨੂੰ ਲੈ ਕੇ ਹੁਣ 10 ਡਿਕਟੇਸ਼ਨਾਂ ਨੇ 90 ਦੀ ਸਪੀਡ 'ਤੇ, ਹਰ ਇੱਕ ਡਿਕਟੇਸ਼ਨ 4 ਮਿੰਟਾਂ ਦੀ ਹੋਏਗੀ ਔਰ 3 ਮਿੰਟ ਲਈ ਤੁਹਾਨੂੰ ਵਿੱਚ ਦੀ ਪੜ੍ਹਨ ਲਈ ਟਾਈਮ ਦਿੱਤਾ ਜਾਵੇਗਾ। ਫਿਰ ਨੈਕਸਟ ਡਿਕਟੇਸ਼ਨ ਸਟਾਰਟ ਹੋ ਜਾਏਗੀ। ਇਸ ਤਰ੍ਹਾਂ ਅਸੀਂ 10 ਡਿਕਟੇਸ਼ਨਾਂ ਦੀ ਹੁਣ ਵੀਡੀਓ ਅਪਲੋਡ ਕਰ ਰਹੇ ਹਾਂ। ਸੋ ਆਓ ਹੁਣ ਆਪਾਂ ਡਿਕਟੇਸ਼ਨ ਸਟਾਰਟ ਕਰਦੇ ਹਾਂ। ਲੋਕ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਹੋਈ ਨਮੋਸ਼ੀਜਨਕ ਹਾਰ ਤੋਂ ਬਾਅਦ ਇਸ ਦੀ ਜ਼ਿੰਮੇਵਾਰੀ ਲੈਂਦਿਆਂ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਕਾਂਗਰਸ ਵਰਕਿੰਗ ਕਮੇਟੀ ਨੂੰ ਆਪਣੀ ਥਾਂ 'ਤੇ ਕੋਈ ਨਵਾਂ ਪ੍ਰਧਾਨ ਚੁਣਨ ਲਈ ਕਿਹਾ ਸੀ ਡੰਡੀ। ਪਰ ਕਾਂਗਰਸ ਵਰਕਿੰਗ ਕਮੇਟੀ 1 ਮਹੀਨੇ ਤੋਂ ਵੱਧ ਸਮਾਂ ਗੁਜ਼ਰ ਜਾਣ ਤੋਂ ਬਾਅਦ ਵੀ ਰਾਹੁਲ ਗਾਂਧੀ ਦੀ ਥਾਂ 'ਤੇ ਆਪਣਾ ਨਵਾਂ ਪ੍ਰਧਾਨ ਚੁਣਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ ਡੰਡੀ। ਕਾਂਗਰਸ ਵਿੱਚ ਪੈਦਾ ਹੋਈ ਇਸ ਸਥਿਤੀ ਕਾਰਨ ਵੱਖ-ਵੱਖ ਰਾਜਾਂ ਵਿੱਚ ਪਾਰਟੀ ਦੇ ਲੀਡਰਾਂ ਤੇ ਸਮਰਥਕਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਡੰਡੀ। ਇਸ ਕਰਕੇ ਕਈ ਰਾਜਾਂ ਵਿੱਚ ਕਾਂਗਰਸ ਦੇ ਆਗੂ ਅਤੇ ਇੱਥੋਂ ਤੱਕ ਕਿ ਚੁਣੇ ਹੋਏ ਵਿਧਾਇਕ ਵੀ ਭਾਜਪਾ ਅਤੇ ਤੇਲੰਗਾਨਾ ਰਾਸ਼ਟਰੀ ਸੰਮਤੀ ਆਦਿ ਦੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਹਨ ਡੰਡੀ। ਇਸੇ ਕਾਰਨ ਪਾਰਟੀ ਦੇ ਸੀਨੀਅਰ ਲੀਡਰਾਂ ਵਿੱਚ ਵੀ ਗਹਿਰੀ ਚਿੰਤਾ ਪਾਈ ਜਾ ਰਹੀ ਹੈ ਡੰਡੀ। ਇੱਕ ਤੋਂ ਬਾਅਦ ਇੱਕ ਲੀਡਰਾਂ ਦੇ ਇਸ ਸੰਬੰਧੀ ਬਿਆਨ ਆ ਰਹੇ ਹਨ ਕਿ ਪਾਰਟੀ ਨੂੰ ਆਪਣਾ ਨਵਾਂ ਪ੍ਰਧਾਨ ਚੁਣ ਕੇ ਪੈਦਾ ਹੋਈ ਅਨਿਸ਼ਚਿਤਤਾ ਨੂੰ ਖਤਮ ਕਰਨਾ ਚਾਹੀਦਾ ਹੈ ਡੰਡੀ। ਕੁਝ ਸਮਾਂ ਪਹਿਲਾਂ ਬਜ਼ੁਰਗ ਆਗੂ ਕਰਨ ਸਿੰਘ ਨੇ ਅਜਿਹੀ ਫਿਕਰਮੰਦੀ ਜ਼ਾਹਰ ਕੀਤੀ ਸੀ ਡੰਡੀ। ਹੁਣ ਇਸ ਪ੍ਰਸੰਗ ਵਿੱਚ ਵੀ ਕਾਂਗਰਸ ਦੇ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਦਾ ਬਿਆਨ ਆਇਆ ਹੈ ਡੰਡੀ। ਉਹਨਾਂ ਨੇ ਵੀ ਕਿਹਾ ਹੈ ਕਿ ਲੀਡਰਸ਼ਿਪ ਨੂੰ ਲੈ ਕੇ ਪੈਦਾ ਹੋਈ ਅਨਿਸ਼ਚਿਤਤਾ ਪਾਰਟੀ ਨੂੰ ਬਹੁਤ ਨੁਕਸਾਨ ਪਹੁੰਚਾ ਰਹੀ ਹੈ। ਇਸ ਲਈ ਕਾਂਗਰਸ ਵਰਕਿੰਗ ਕਮੇਟੀ ਨੂੰ ਇਸ ਸੰਬੰਧੀ ਫੈਸਲਾ ਕਰਨਾ ਚਾਹੀਦਾ ਹੈ ਡੰਡੀ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਸ ਰਾਏ ਦਾ ਸਮਰਥਨ ਕੀਤਾ ਹੈ ਕਿ ਕਾਂਗਰਸ ਦਾ ਅਗਲਾ ਪ੍ਰਧਾਨ ਨੌਜਵਾਨ ਪੀੜ੍ਹੀ ਵਿੱਚੋਂ ਬਣਾਇਆ ਜਾਣਾ ਚਾਹੀਦਾ ਹੈ ਡੰਡੀ। ਅਸਿੱਧੇ ਢੰਗ ਨਾਲ ਉਹਨਾਂ ਨੇ ਇਹ ਵੀ ਆਖਿਆ ਹੈ ਕਿ ਪ੍ਰਿਅੰਕਾ ਗਾਂਧੀ ਇਸ ਲਈ ਯੋਗ ਹੈ ਡੰਡੀ। ਫਿਰ ਵੀ ਇਸ ਸੰਬੰਧੀ ਅੰਤਮ ਫੈਸਲਾ ਗਾਂਧੀ ਪਰਿਵਾਰ ਨੇ ਹੀ ਲੈਣਾ ਹੈ ਡੰਡੀ। ਉਹਨਾਂ ਨੇ ਵੀ ਸੁਝਾਅ ਦਿੱਤਾ ਹੈ ਕਿ ਬਿਹਤਰ ਹੋਵੇਗਾ ਕਿ ਪਾਰਟੀ ਦੇ ਲੀਡਰ ਵੱਖ-ਵੱਖ ਪੱਧਰ 'ਤੇ ਜਮਹੂਰੀ ਢੰਗ ਨਾਲ ਹੀ ਚੁਣੇ ਜਾਣ ਡੰਡੀ। ਇਹ 17 ਲਿਖੇ ਜਾਣ ਤੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਹੋਰ ਬਿਆਨ ਆਇਆ ਹੈ, ਜਿਸ ਵਿੱਚ ਉਹਨਾਂ ਨੇ ਸਪਸ਼ਟ ਰੂਪ ਵਿੱਚ ਕਿਹਾ ਹੈ ਕਿ ਮੌਜੂਦਾ ਸਥਿਤੀਆਂ ਵਿੱਚ ਪ੍ਰਿਅੰਕਾ ਗਾਂਧੀ ਹੀ ਕਾਂਗਰਸ ਦੀ ਪ੍ਰਧਾਨਗੀ ਲਈ ਯੋਗ ਉਮੀਦਵਾਰ ਹੋ ਸਕਦੀ ਹੈ ਡੰਡੀ। ਬਿਨਾਂ ਸ਼ੱਕ ਕਾਂਗਰਸ ਦੀ ਇਸ ਹਾਲਤ ਸੰਬੰਧੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਜੋ ਚਿੰਤਾ
ਪ੍ਰਗਟ ਕੀਤੀ ਹੈ ਉਹ ਸਹੀ ਹੈ ਡੰਡੀ। ਕਾਂਗਰਸ ਦੇਸ਼ ਦੀ ਲਗਭਗ 125 ਸਾਲ ਪੁਰਾਣੀ ਪਾਰਟੀ ਹੈ ਡੰਡੀ। ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਵੀ ਇਸ ਦਾ ਚੋਖਾ ਯੋਗਦਾਨ ਰਿਹਾ ਹੈ ਡੰਡੀ। ਦੇਸ਼ ਨੂੰ ਇੱਕ ਜਮਹੂਰੀ ਅਤੇ ਧਰਮ ਨਿਰਪੱਖ ਸੰਵਿਧਾਨ ਦੇਣ ਵਿੱਚ ਵੀ ਇਸ ਦਾ ਵੱਡਾ ਹਿੱਸਾ ਹੈ ਡੰਡੀ। ਆਜ਼ਾਦੀ ਤੋਂ ਬਾਅਦ ਕਈ ਦਹਾਕਿਆਂ ਤੱਕ ਕੇਂਦਰ ਤੋਂ ਲੈ ਕੇ ਰਾਜਾਂ ਤੱਕ ਇਹ ਪ੍ਰਸ਼ਾਸਨ ਚਲਾਉਂਦੀ ਰਹੀ ਹੈ ਡੰਡੀ। ਸਟਾਪ। ਸਰਕਾਰ ਇਹ ਮਹਿਸੂਸ ਕਰਦੀ ਹੈ ਕਿ ਭ੍ਰਿਸ਼ਟਾਚਾਰ ਜਿਸ ਰਫ਼ਤਾਰ ਨਾਲ ਘੱਟ ਹੋਣਾ ਚਾਹੀਦਾ ਹੈ ਨਹੀਂ ਹੋ ਰਿਹਾ ਡੰਡੀ। ਸਰਕਾਰ ਇਸ ਨੂੰ ਗੰਭੀਰ ਮਾਮਲਾ ਮੰਨਦੇ ਹੋਏ ਸਖਤੀ ਨਾਲ ਰੋਕਣਾ ਆਪਣਾ ਪਰਮ ਕਰਤੱਵ ਮੰਨਦੀ ਹੈ ਡੰਡੀ। ਅਸਲ ਵਿੱਚ ਇਸ ਬੁਰਾਈ ਨੂੰ ਖਤਮ ਕਰਨ ਵਿੱਚ ਜਿੱਥੇ ਹਰ ਸ਼ਹਿਰੀ ਦੇ ਸਹਿਯੋਗ ਦੀ ਲੋੜ ਹੈ ਉੱਥੇ ਹਰ ਅਧਿਕਾਰੀ ਅਤੇ ਸਰਕਾਰੀ ਕਰਮਚਾਰੀ ਨੂੰ ਆਪਣੇ ਫਰਜ਼ ਦੇ ਤੌਰ 'ਤੇ ਅਗਾਂਹ ਵੱਧ ਕੇ ਨੀਡਰ ਤੇ ਨਿਰਪੱਖ ਹੋ ਕੇ ਸਰਕਾਰ ਦਾ ਹੱਥ ਵਟਾਉਣਾ ਚਾਹੀਦਾ ਹੈ ਡੰਡੀ। ਇਸ ਦ੍ਰਿਸ਼ਟੀਕੋਣ ਅਨੁਸਾਰ ਅਤੇ ਮਸਲੇ ਦੀ ਉੱਚ ਮਹੱਤਤਾ ਦੇ ਸਨਮੁਖ ਸਰਕਾਰ ਚਾਹੁੰਦੀ ਹੈ ਕਿ
ਆਪ ਆਪਣੇ ਅਧੀਨ ਕੰਮ ਕਰ ਰਹੇ ਸਮੂਹ ਕਰਮਚਾਰੀਆਂ ਦੀ ਨਿੱਜੀ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ, ਭਾਵੇਂ ਉਹ ਸਰਕਾਰੀ ਸੇਵਾ ਵਿੱਚ ਨਾ ਹੋਣ, ਦੇ ਨਾਂ 'ਤੇ ਪ੍ਰਾਪਤ ਕੀਤੀ ਜਾਂ ਬਣਾਈ ਗਈ ਸੰਪਤੀ ਬਾਰੇ ਚੰਗੀ ਤਰ੍ਹਾਂ ਛਾਣਬੀਨ ਕਰੋ। ਡੰਡੀ। ਜੇਕਰ ਕਿਸੇ ਕਰਮਚਾਰੀ ਦੀ ਸੰਪਤੀ ਉਸ ਦੇ ਵਿੱਤ ਭਾਵ ਜਾਇਜ਼ ਆਮਦਨ ਪ੍ਰਣਾਲੀ ਤੋਂ ਵੱਧ ਹੋਵੇ ਤਾਂ ਉਸ ਦੇ ਵਿਰੁੱਧ ਨਿਯਮਤ ਤੌਰ 'ਤੇ ਤੁਰੰਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ। ਡੰਡੀ। ਭ੍ਰਿਸ਼ਟਾਚਾਰ ਦੀ ਬੁਰਾਈ ਨੂੰ ਦੂਰ ਕਰਨ ਲਈ ਸਰਕਾਰ ਵਿਸ਼ੇਸ਼ ਉਪਰਾਲਾ ਕਰਨਾ ਚਾਹੁੰਦੀ ਹੈ। ਡੰਡੀ। ਇਸ ਲਈ ਸਭ ਆਪੋ ਆਪਣੇ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਦੀ ਨੇਕ ਨੀਤੀ ਬਾਰੇ ਵਿਸ਼ੇਸ਼ ਰਿਪੋਰਟ ਆਪੋ ਆਪਣੇ ਪ੍ਰਬੰਧਕੀ ਸਕੱਤਰ ਨੂੰ ਤੁਰੰਤ ਭੇਜਣ ਦੀ ਖੇਚਲ ਕਰੋ। ਡੰਡੀ। ਗੁਪਤ ਰਿਪੋਰਟ ਵਿੱਚ ਪ੍ਰਤੀਕੂਲ ਕਥਨਾਂ ਨੂੰ ਖਾਰਜ ਕਰਨ ਬਾਰੇ ਪ੍ਰਤੀ ਬੇਨਤੀ ਉੱਪਰ ਅੰਤਮ ਹੁਕਮ ਦੇਣ ਤੋਂ ਪਹਿਲਾਂ ਰਿਪੋਰਟ ਕਰਨ ਵਾਲੇ ਅਧਿਕਾਰੀ ਤੋਂ ਟਿੱਪਣੀ ਮੰਗੀ ਜਾਂਦੀ ਹੈ। ਡੰਡੀ। ਵੇਖਣ ਵਿੱਚ ਆਇਆ ਹੈ ਕਿ ਅਜਿਹੀ ਪ੍ਰਤੀ ਬੇਨਤੀ ਦੇ ਨਿਪਟਾਰੇ ਲਈ ਸਮੇਂ ਦੀ ਕੋਈ ਹੱਦ ਨਾ ਮਿੱਥੀ ਹੋਣ ਕਾਰਨ ਰਿਪੋਰਟ ਕਰਨ ਵਾਲੇ ਅਧਿਕਾਰੀ ਸਮੇਂ ਸਿਰ ਆਪਣੀ ਟਿੱਪਣੀ ਨਹੀਂ ਭੇਜਦੇ ਅਤੇ ਇਸ ਤਰ੍ਹਾਂ ਅਜਿਹੇ ਮਾਮਲੇ ਯੋਗ ਸਮੇਂ ਅੰਦਰ ਨਹੀਂ ਨਜਿੱਠੇ ਜਾਂਦੇ। ਡੰਡੀ। ਇਸ ਦੇ ਫਲਸਰੂਪ ਕਈ ਹੋਰ ਸੰਬੰਧਿਤ ਮਾਮਲੇ ਜਿਵੇਂ ਕਿ ਤਰੱਕੀ, ਨਿਪੁੰਨਤਾ, ਰੋਕ ਪਾਰ ਕਰਨ ਅਤੇ ਡੈਪੂਟੇਸ਼ਨ ਆਦਿ, ਜਿਨ੍ਹਾਂ ਦੇ ਫੈਸਲੇ ਦਾ ਨਿਰਭਰ ਸਾਲਾਨਾ ਗੁਪਤ ਰਿਪੋਰਟ 'ਤੇ ਹੁੰਦਾ ਹੈ, ਦੇ ਨਿਪਟਾਰੇ ਵਿੱਚ ਬਹੁਤ ਦੇਰ ਹੋ ਜਾਂਦੀ ਹੈ। ਡੰਡੀ। ਇਸ ਤੋਂ ਇਲਾਵਾ ਅਧਿਕਾਰੀਆਂ ਵੱਲੋਂ ਸਮੇਂ ਸਿਰ ਟਿੱਪਣੀ ਨਾ ਆਉਣ ਕਾਰਨ ਪ੍ਰਤੀਕੂਲ ਕਥਨ ਰਿਪੋਰਟ ਵਿੱਚ ਅੰਕਿਤ ਕਰਨ ਦਾ ਮਨੋਰਥ ਪੂਰਾ ਨਹੀਂ ਹੁੰਦਾ, ਕਿਉਂਕਿ ਪਿਛਲੇ ਸਾਲ ਦਾ ਕੇਸ ਨਜਿੱਠੇ ਜਾਣ ਤੋਂ ਪਹਿਲਾਂ ਹੀ ਅਗਲੇ ਸਾਲ ਦੀ ਰਿਪੋਰਟ ਵੀ ਲਿਖੀ ਜਾ ਚੁੱਕੀ ਹੁੰਦੀ ਹੈ। ਡੰਡੀ। ਇਸ ਲੰਮੇ ਸਮੇਂ ਅੰਦਰ ਕਰਮਚਾਰੀ ਦੇ ਮਨ ਵਿੱਚ ਚਿੰਤਿਤ ਸਥਿਤੀ ਬਣੀ ਰਹਿੰਦੀ ਹੈ, ਜਿਹੜੀ ਪ੍ਰਬੰਧਕੀ ਤੌਰ 'ਤੇ ਉਚਿਤ ਨਹੀਂ। ਡੰਡੀ। ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਇਹ ਫੈਸਲਾ ਕੀਤਾ ਗਿਆ ਹੈ ਕਿ ਅੱਗੋਂ ਤੋਂ ਪ੍ਰਤੀਕੂਲ ਕਥਨਾਂ ਸੰਬੰਧੀ ਪ੍ਰਤੀ ਬੇਨਤੀ ਤੇ ਅੰਤਮ ਫੈਸਲਾ 3 ਮਹੀਨੇ ਦੇ ਸਮੇਂ ਦੇ ਅੰਦਰ ਅੰਦਰ ਕਰ ਦਿੱਤਾ ਜਾਵੇ। ਡੰਡੀ। ਸਟਾਪ।
ਸਰਕਾਰੀ ਕਰਮਚਾਰੀ ਦੀ ਦਿਆਨਤਦਾਰੀ ਬਾਰੇ ਕੇਵਲ ਇੱਕ ਪ੍ਰਤੀਕੂਲ ਕਥਨ ਵੀ ਉਸ ਨੂੰ 55 ਸਾਲ ਦੀ ਉਮਰ ਤੇ ਰਿਟਾਇਰ ਕਰਨ ਲਈ ਕਾਫੀ ਸਮਝਿਆ ਜਾਣਾ ਚਾਹੀਦਾ ਹੈ। ਡੰਡੀ ਸਰਕਾਰ ਤੋਂ ਇਸ ਸੰਬੰਧ ਵਿੱਚ ਪੁੱਛਗਿੱਛ ਕੀਤੀ ਗਈ ਹੈ ਕਿ ਕੀ ਪ੍ਰਤੀਕੂਲ ਕਥਨ ਵੇਖਣ ਲਈ ਸੰਬੰਧਿਤ ਕਰਮਚਾਰੀ ਦਾ ਸਾਰਾ ਸੇਵਾ ਰਿਕਾਰਡ ਪਰਖਿਆ ਜਾਣਾ ਹੈ। ਡੰਡੀ ਉਕਤ ਉਪਬੰਧ ਤੇ ਇਕਸਾਰ ਅਮਲ ਨੂੰ ਯਕੀਨੀ ਬਣਾਉਣ ਲਈ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ 55 ਸਾਲ ਦੀ ਉਮਰ ਸਮੇਂ ਕਰਮਚਾਰੀ ਜਿਸ ਪਦਵੀ ਤੇ ਨਿਯੁਕਤ ਹੋਵੇ ਉਸ ਵਿੱਚ ਹੀ ਉਸ ਦੀ ਸੇਵਾ ਦਾ ਮੁੱਲ ਅੰਕਨ ਕਰਨਾ ਹੈ। ਡੰਡੀ ਜੇਕਰ ਉਹ ਡੈਪੂਟੇਸ਼ਨ ਤੇ ਗਿਆ ਹੋਇਆ ਹੈ ਤਾਂ ਡੈਪੂਟੇਸ਼ਨ ਦੇ ਸਮੇਂ ਤੋਂ ਇਲਾਵਾ ਉਸ ਦੀ ਪਹਿਲੀ ਆਸਾਮੀ ਜਿਸ ਤੇ ਉਹ ਡੈਪੂਟੇਸ਼ਨ ਤੇ ਜਾਣ ਤੋਂ ਪਹਿਲਾਂ ਨਿਯੁਕਤ ਸੀ ਦੀ ਸੇਵਾ ਦੇ ਸਮੇਂ ਦਾ ਵੀ ਮੁੱਲ ਅੰਕਨ ਕਰਨਾ ਹੈ। ਡੰਡੀ ਜੇਕਰ ਇਮਾਨਦਾਰੀ ਬਾਰੇ ਕਥਨ ਬਹੁਤ ਪੁਰਾਣਾ ਹੋਵੇ ਅਤੇ ਉਸ ਤੋਂ ਮਗਰੋਂ ਉਸ ਕਰਮਚਾਰੀ ਦੀ ਅਗਲੀ ਅਸਾਮੀ ਤੇ ਤਰੱਕੀ ਹੋ ਚੁੱਕੀ ਹੋਵੇ ਅਤੇ ਅਖੀਰਲੀ ਪਦਵੀ ਉੱਤੇ ਉਸ ਦੀ ਦਿਆਨਤਦਾਰੀ ਠੀਕ ਹੋਵੇ ਤਾਂ ਪਹਿਲੇ ਪੁਰਾਣੇ ਪ੍ਰਤੀਕੂਲ ਕਥਨ ਵੱਲ ਧਿਆਨ ਨਹੀਂ ਦਿੱਤਾ ਜਾਣਾ ਹੈ। ਡੰਡੀ ਪੰਜਾਬ ਸਰਕਾਰ ਦੇ ਗਸ਼ਤੀ ਪੱਤਰ ਮਿਤੀ 30 ਜੂਨ 1971 ਦੇ ਪੈਰਾ 3 ਵਿੱਚ ਵੀ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ। ਡੰਡੀ ਇਹ ਵਿਆਖਿਆ ਸਾਰਿਆਂ ਦੇ ਧਿਆਨ ਵਿੱਚ ਲਿਆ ਦਿੱਤੀ ਜਾਵੇ। ਡੰਡੀ ਪੈਰਾ ਸਾਲਾਨਾ ਗੁਪਤ ਰਿਪੋਰਟ ਵਿੱਚ ਦਰਜ ਪ੍ਰਤੀਕੂਲ ਟਿੱਪਣੀ ਨੂੰ ਖਾਰਜ ਕਰਵਾਉਣ ਲਈ ਕਰਮਚਾਰੀਆਂ ਵੱਲੋਂ ਸੰਬੰਧਿਤ ਅਫਸਰਾਂ ਵਿਰੁੱਧ ਚਿੱਕੜ ਉਛਾਲਣ ਦੀ ਰੁਚੀ ਨੂੰ ਰੋਕਣ ਲਈ ਇਹਨਾਂ ਹਦਾਇਤਾਂ ਰਾਹੀਂ ਸਾਰੇ ਕਰਮਚਾਰੀਆਂ ਨੂੰ ਮਸ਼ਵਰਾ ਦਿੱਤਾ ਜਾਂਦਾ ਹੈ ਕਿ ਉਹ ਪ੍ਰਤੀਕੂਲ ਕਥਨਾਂ ਨੂੰ ਖਾਰਜ ਕਰਵਾਉਣ ਲਈ ਪ੍ਰਤੀ ਬੇਨਤੀ ਦੇਣ ਵੇਲੇ ਉਹਨਾਂ ਅਫਸਰਾਂ ਵਿਰੁੱਧ ਬੇਹੂਦਾ ਅਤੇ ਬੇਬੁਨਿਆਦ ਦੋਸ਼ ਨਾ ਲਗਾਉਣ। ਡੰਡੀ ਜੇਕਰ ਕਿਸੇ ਕਰਮਚਾਰੀ ਨੂੰ ਆਪਣੇ ਕਿਸੇ ਅਫਸਰ ਵਿਰੁੱਧ ਕੋਈ ਸੱਚੀ ਸ਼ਿਕਾਇਤ ਹੈ ਤਾਂ ਉਚਿਤ ਇਹ ਹੈ ਕਿ ਉਹ ਵੱਖਰੇ ਤੌਰ ਤੇ ਛੇਤੀ ਤੋਂ ਛੇਤੀ ਯੋਗ ਪ੍ਰਣਾਲੀ ਰਾਹੀਂ ਆਪਣੀ ਸ਼ਿਕਾਇਤ ਭੇਜ ਦੇਵੇ ਤਾਂ ਜੋ ਉਸ ਉੱਤੇ ਸਧਾਰਨ ਪ੍ਰਣਾਲੀ ਹੇਠ ਯੋਗ ਕਾਰਵਾਈ ਕੀਤੀ ਜਾ ਸਕੇ। ਡੰਡੀ ਇਸ ਲਈ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਪ੍ਰਤੀਕੂਲ ਕਥਨ ਖਾਰਜ ਕਰਵਾਉਣ ਲਈ ਕੇਵਲ ਆਪਣੀ ਸਫਾਈ ਹੀ ਪੇਸ਼ ਕੀਤੀ ਜਾਇਆ ਕਰੇ। ਡੰਡੀ ਅੱਗੇ ਤੋਂ ਜੇਕਰ ਕੋਈ ਕਰਮਚਾਰੀ ਆਪਣੀ ਪ੍ਰਤੀ ਬੇਨਤੀ ਵਿੱਚ ਅਜਿਹੀਆਂ ਗੱਲਾਂ ਲਿਖੇਗਾ ਜਿਸ ਨੂੰ ਅਨੁਸ਼ਾਸਨਹੀਨਤਾ ਜਾਂ ਦੁਰਾਚਾਰ ਸਮਝਿਆ ਜਾ ਸਕਦਾ ਹੈ ਤਾਂ ਨਾ ਕੇਵਲ ਉਸ ਦੀ ਪ੍ਰਤੀ ਬੇਨਤੀ ਸਰਸਰੀ ਤੌਰ ਤੇ ਰੱਦ ਕਰ ਦਿੱਤੀ ਜਾਵੇਗੀ ਬਲਕਿ ਉਸ ਦੇ ਵਿਰੁੱਧ ਪੰਜਾਬ ਸਰਕਾਰ ਕਰਮਚਾਰੀ ਆਚਰਣ ਨਿਯਮਾਵਲੀ 1966 ਦੇ ਨਿਯਮ 3 ਦੀ ਉਲੰਘਣਾ ਦੇ ਸਬੰਧ ਵਿੱਚ ਪ੍ਰਸ਼ਾਸਕੀ ਕਾਰਵਾਈ ਵੀ ਕੀਤੀ ਜਾ ਸਕੇਗੀ। ਡੰਡੀ ਇਹ ਹਦਾਇਤਾਂ ਆਪਣੇ ਅਧੀਨ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਧਿਆਨ ਵਿੱਚ ਲਿਆ ਦਿੱਤੀਆਂ ਜਾਣ ਅਤੇ ਅਮਲ ਵਿੱਚ ਲਿਆਂਦੀਆਂ ਜਾਣ। ਡੰਡੀ
ਉੱਤਰ ਪ੍ਰਦੇਸ਼ ਦੇ ਇੱਕ ਵੱਡੇ ਸਿਆਸੀ ਦਲ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਆਜ਼ਮ ਖਾਨ, ਜੋ ਆਪਣੇ ਵਿਵਾਦਾਂ ਭਰੇ ਬਿਆਨਾਂ ਦੇ ਕਾਰਨ ਸਦਾ ਹੀ ਚਰਚਾ ਵਿੱਚ ਰਹਿੰਦੇ ਹਨ, ਇਸ ਵਾਰ ਆਪਣੇ ਹੀ ਸ਼ਿਕੰਜੇ ਵਿੱਚ ਫਸ ਗਏ ਹਨ। ਡੰਡੀ ਮਾਮਲਾ ਇਹ ਹੈ ਕਿ ਲੋਕ ਸਭਾ ਵਿੱਚ ਔਰਤਾਂ ਸੰਬੰਧੀ ਇੱਕ ਬਿੱਲ ਪਾਸ ਹੋ ਜਾਣ ਤੋਂ ਬਾਅਦ ਆਜ਼ਮ ਖਾਨ ਨੇ ਭਾਜਪਾ ਦੀ ਮਹਿਲਾ ਸੰਸਦ ਮੈਂਬਰ रमा ਦੇਵੀ ਦੇ ਵਿਰੁੱਧ ਇੱਕ ਬੇਹੱਦ ਇਤਰਾਜ਼ਯੋਗ ਟਿੱਪਣੀ ਕਰ ਦਿੱਤੀ। ਡੰਡੀ ਇਹ ਵੀ ਕਿ रमा ਦੇਵੀ ਉਸ ਸਮੇਂ ਸੰਸਦ ਦੇ ਸਪੀਕਰ ਦੀ ਕੁਰਸੀ 'ਤੇ ਬਿਰਾਜਮਾਨ ਸੀ ਅਤੇ ਇਸ ਤਰ੍ਹਾਂ ਆਜ਼ਮ ਖਾਨ ਦਾ ਬਿਆਨ ਸਦਨ ਦੇ ਅਪਮਾਨ ਦਾ ਮਾਮਲਾ ਵੀ ਬਣ ਜਾਂਦਾ ਹੈ। ਡੰਡੀ ਆਜ਼ਮ ਖਾਨ ਸੰਸਦ ਦੇ ਸੀਨੀਅਰ ਸੰਸਦ ਮੈਂਬਰਾਂ ਵਿੱਚੋਂ ਇੱਕ ਹਨ ਅਤੇ ਇਸ ਤੋਂ ਪਹਿਲਾਂ ਵੀ ਉਹ ਆਪਣੇ ਵਿਵਾਦਪੂਰਨ ਬਿਆਨਾਂ ਲਈ ਆਲੋਚਨਾ ਦੇ ਕੇਂਦਰ ਵਿੱਚ ਆਉਂਦੇ ਰਹੇ ਹਨ, ਪਰ ਵਰਤਮਾਨ ਵਿੱਚ ਇਹ ਮੁੱਦਾ ਬਣ ਗਿਆ ਹੈ ਕਿ ਪੂਰਾ ਸਦਨ ਸਿਆਸੀ ਵਿਰੋਧਾਂ ਨੂੰ ਭੁੱਲ ਕੇ ਉਸ ਵਿਰੁੱਧ ਇਕਜੁੱਟ ਹੋ ਗਿਆ ਹੈ। ਡੰਡੀ ਲੋਕ ਸਭਾ ਦੀਆਂ ਸਾਰੀਆਂ ਮਹਿਲਾ ਸੰਸਦ ਮੈਂਬਰਾਂ ਨੇ ਉਹਨਾਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਡੰਡੀ ਕੁਝ ਮਹਿਲਾ ਸੰਸਦ ਮੈਂਬਰਾਂ ਨੇ ਪੂਰੀ ਦ੍ਰਿੜਤਾ ਨਾਲ ਆਜ਼ਮ ਖਾਨ ਦੀ ਇਸ ਨਾਰੀ ਵਿਰੋਧੀ ਟਿੱਪਣੀ ਦੇ ਲਈ ਉਹਨਾਂ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗੇ ਜਾਣ ਅਤੇ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਡੰਡੀ ਲੋਕ ਸਭਾ ਦੇ ਸਪੀਕਰ ਨੇ ਵੀ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਤਤਕਾਲ ਰੂਪ ਨਾਲ ਸਦਨ ਦੀਆਂ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਦੀ ਬੈਠਕ ਬੁਲਾ ਲਈ। ਇਸ ਬੈਠਕ ਨੇ ਵੀ ਆਜ਼ਮ ਖਾਨ ਦੇ ਵਿਰੁੱਧ ਹੀ ਫੈਸਲਾ ਦਿੱਤਾ। ਡੰਡੀ ਹਾਲਾਂਕਿ ਸਪੀਕਰ ਨੇ ਆਜ਼ਮ ਖਾਨ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੇ ਲਈ ਸੋਮਵਾਰ ਤੱਕ ਦਾ ਸਮਾਂ ਦੇ ਦਿੱਤਾ ਹੈ। ਡੰਡੀ ਆਜ਼ਮ ਖਾਨ ਦੇ ਕਿਸੇ ਬਿਆਨ ਨੂੰ ਲੈ ਕੇ ਪੈਦਾ ਹੋਇਆ ਅਜਿਹਾ ਵਿਵਾਦ ਕੋਈ ਪਹਿਲੀ ਵਾਰ ਨਹੀਂ ਹੈ। ਡੰਡੀ ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਅਜਿਹੇ ਇਤਰਾਜ਼ਯੋਗ ਬਿਆਨਾਂ ਕਾਰਨ ਵਿਵਾਦਾਂ ਦਾ ਕੇਂਦਰ ਬਣਦੇ ਰਹੇ ਹਨ, ਪਰ ਹਰ ਵਾਰ ਉਹ ਆਪਣੀ ਰਾਜਨੀਤਿਕ ਸ਼ਕਤੀ ਦੇ ਆਸਰੇ ਬਚ ਜਾਂਦੇ ਹਨ। ਡੰਡੀ ਇਸੇ ਸਾਲ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਵੀ ਆਜ਼ਮ ਖਾਨ ਨੇ ਆਪਣੀ ਸੀਟ ਰਾਮਪੁਰ ਤੋਂ ਆਪਣੀ ਵਿਰੋਧੀ ਉਮੀਦਵਾਰ ਫਿਲਮੀ ਅਦਾਕਾਰਾ ਜਯਾ ਪ੍ਰਦਾ ਦੇ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਡੰਡੀ ਹਾਲਾਂਕਿ ਇਹ ਮੁੱਦਾ ਸਦਨ ਤੋਂ ਬਾਹਰ ਦਾ ਹੋਣ ਅਤੇ ਚੋਣ ਪ੍ਰਚਾਰ ਦਾ ਸਮਾਂ ਹੋਣ ਕਾਰਨ ਉਹ ਬਚ ਗਏ ਸਨ। ਡੰਡੀ ਇਸ ਵਾਰ ਉਹ ਸੱਚਮੁੱਚ ਸੰਕਟ ਵਿੱਚ ਹਨ। ਡੰਡੀ ਇੱਥੋਂ ਤੱਕ ਉਹਨਾਂ ਦੀ ਆਪਣੀ ਸਮਾਜਵਾਦੀ ਪਾਰਟੀ ਵੀ ਇਸ ਮਾਮਲੇ ਨੂੰ ਲੈ ਕੇ ਦੁਬਿਧਾ ਵਿੱਚ ਫਸ ਗਈ ਹੈ। ਡੰਡੀ ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਨੇ ਬੇਸ਼ੱਕ ਪਹਿਲਾਂ ਤਾਂ ਉਹਨਾਂ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਪਰ ਮਾਮਲੇ ਦੀ ਵੱਧਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਉਹ ਵੀ ਇਸ ਵਿਵਾਦ ਤੋਂ ਬਚਣ ਦੇ ਰਸਤੇ ਦੀ ਤਲਾਸ਼ ਕਰ ਰਹੇ ਸਨ। ਡੰਡੀ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਇਸ ਮਾਮਲੇ 'ਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਡੰਡੀ
ਭਾਰਤ ਦੇ ਸੰਵਿਧਾਨ ਦੇ ਆਰਟੀਕਲ 320 ਅਤੇ ਲੋਕ ਸੇਵਾ ਕਮਿਸ਼ਨ ਦੇ ਲਿਮਿਟੇਸ਼ਨ ਆਫ ਫੰਕਸ਼ਨਜ਼ ਦੇ ਰੈਗੂਲੇਸ਼ਨਾਂ ਅਨੁਸਾਰ ਰਾਜ ਸੇਵਾਵਾਂ ਵਿੱਚ ਨਿਯੁਕਤੀ ਲਈ ਲੋਕ ਸੇਵਾ ਕਮਿਸ਼ਨ ਜਾਂ ਜਿੱਥੇ ਇਹ ਨਿਯੁਕਤੀ ਉਹਨਾਂ ਦੀ ਵਿਧੀ ਤੋਂ ਬਾਹਰ ਹੋਵੇ ਅਧੀਨ ਸੇਵਾਵਾਂ ਚੋਣ ਬੋਰਡ ਜਾਂ ਉਹਨਾਂ ਦਾ ਕੰਮ ਕਰਨ ਵਾਲੀ ਹੋਰ ਚੋਣ ਅਥਾਰਟੀ ਦੀ ਸਿਫਾਰਿਸ਼ ਜਾਂ ਪ੍ਰਵਾਨਗੀ ਦੀ ਲੋੜ ਹੈ ਡੰਡੀ। ਪਰੰਤੂ ਜ਼ਰੂਰੀ ਹਾਲਾਤ ਵਿੱਚ ਨਿਯੁਕਤੀ ਅਧਿਕਾਰੀਆਂ ਨੂੰ 6 ਮਹੀਨੇ ਲਈ ਤਦ ਅਰਥ ਆਧਾਰ ਤੇ ਅਸਾਮੀਆਂ ਭਰਨ ਦੀ ਆਗਿਆ ਦਿੱਤੀ ਗਈ ਹੈ ਡੰਡੀ। ਇਸ ਸੀਮਤ ਸਮੇਂ ਅਰਥਾਤ 6 ਮਹੀਨੇ ਦੇ ਅੰਦਰ ਅੰਦਰ ਨਿਯਮਤ ਤੌਰ ਤੇ ਨਿਯੁਕਤੀ ਕਰਨ ਦਾ ਸਾਰਾ ਕੰਮ ਮੁਕੰਮਲ ਕਰਨਾ ਜ਼ਰੂਰੀ ਹੁੰਦਾ ਹੈ ਡੰਡੀ। ਪਰੰਤੂ ਇਹ ਵੇਖਣ ਵਿੱਚ ਆਇਆ ਹੈ ਕਿ ਨਿਯੁਕਤੀ ਅਧਿਕਾਰੀ ਆਮ ਤੌਰ ਤੇ ਕਮਿਸ਼ਨ ਜਾਂ ਬੋਰਡ ਦੀ ਪ੍ਰਵਾਨਗੀ ਲੈਣ ਵਿੱਚ ਅਣਗਹਿਲੀ ਕਰਦੇ ਹਨ, ਜਿਹੜਾ ਕਿ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਜਾਪਦਾ ਡੰਡੀ। ਪੰਜਾਬ ਲੋਕ ਸੇਵਾ ਕਮਿਸ਼ਨ ਨੇ ਭਿੰਨ-ਭਿੰਨ ਵਿਭਾਗਾਂ ਦੀਆਂ ਅਜਿਹੀਆਂ ਬਕਾਇਦਾ ਨਿਯੁਕਤੀਆਂ ਦੇ ਅਜਿਹੇ ਮਾਮਲੇ ਸਰਕਾਰ ਦੇ ਨੋਟਿਸ ਵਿੱਚ ਲਿਆਂਦੇ ਹਨ, ਜਿਹੜੇ ਕਈ ਸਾਲਾਂ ਤੋਂ ਤਦ ਅਰਥ ਆਧਾਰ ਤੇ ਚੱਲੇ ਆ ਰਹੇ ਹਨ ਡੰਡੀ। ਅਧੀਨ ਸੇਵਾਵਾਂ ਵਿੱਚ ਤਦ ਅਰਥ ਆਧਾਰ ਤੇ ਕੀਤੀਆਂ ਨਿਯੁਕਤੀਆਂ ਦੀ ਸਥਿਤੀ ਹੋਰ ਵੀ ਭੈੜੀ ਹੈ ਅਤੇ ਚਿੰਤਾਜਨਕ ਕਹੀ ਜਾ ਸਕਦੀ ਹੈ ਡੰਡੀ। ਅਜਿਹੇ ਪ੍ਰਬੰਧ ਨਾ ਕੇਵਲ ਅਸੰਵਿਧਾਨਕ ਹੀ ਹਨ, ਬਲਕਿ ਅਣਉਚਿਤ ਅਤੇ ਪੱਖਪਾਤੀ ਰੁਚੀ ਵੀ ਦਰਸਾਉਂਦੇ ਹਨ ਡੰਡੀ। ਪੈਰਾ ਸਾਲਾਨਾ ਗੁਪਤ ਰਿਪੋਰਟਾਂ ਲਿਖਣ ਦਾ ਮੁੱਖ ਮੰਤਵ ਇਹ ਹੈ ਕਿ ਨਿਯੁਕਤੀ ਅਧਿਕਾਰੀ ਪਾਸ ਹਰ ਇੱਕ ਕਰਮਚਾਰੀ ਦਾ ਸਹੀ ਮੁਲਾਂਕਣ ਤਿਆਰ ਹੋਵੇ ਤਾਂ ਜੋ ਉਸ ਨੂੰ ਤਰੱਕੀ ਦੇਣ ਸਮੇਂ ਜਾਂ ਵਧੇਰੇ ਜ਼ਿੰਮੇਵਾਰੀ ਜਾਂ ਉੱਚ ਪੱਧਰ ਦੀ ਅਸਾਮੀ ਦੇਣ ਲੱਗਿਆਂ ਉਸ ਕਰਮਚਾਰੀ ਦੇ ਕੰਮ ਅਤੇ ਆਚਰਣ ਦਾ ਅੰਦਾਜ਼ਾ ਲਾਇਆ ਜਾ ਸਕੇ ਕਿ ਉਹ ਅਜਿਹੀ ਜ਼ਿੰਮੇਵਾਰੀ ਕਿੱਥੋਂ ਤੱਕ ਨਿਭਾ ਸਕਦਾ ਹੈ ਡੰਡੀ। ਪ੍ਰਤੀਕੂਲ ਕਥਨ ਕਿਸੇ ਕਰਮਚਾਰੀ ਨੂੰ ਇਸ ਲਈ ਦੱਸੇ ਜਾਂਦੇ ਹਨ ਤਾਂ ਜੋ ਉਹ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰੇ ਡੰਡੀ। ਵਰਤਮਾਨ ਹਦਾਇਤਾਂ ਅਨੁਸਾਰ ਆਮ ਤੌਰ ਤੇ ਪ੍ਰਤੀਕੂਲ ਕਥਨਾਂ ਸੰਬੰਧੀ ਕਿਸੇ ਕਰਮਚਾਰੀ ਨਾਲ ਵਾਦ ਵਿਵਾਦ ਵਿੱਚ ਪੈਣ ਦੀ ਲੋੜ ਨਹੀਂ ਅਤੇ ਉਸ ਕਰਮਚਾਰੀ ਦੀ ਪ੍ਰਤੀ ਬੇਨਤੀ ਉਹਨਾਂ ਹਾਲਤਾਂ ਵਿੱਚ ਵਿਚਾਰੀ ਜਾ ਸਕਦੀ ਹੈ ਜੇਕਰ ਪ੍ਰਤੀਕੂਲ ਕਥਨ ਗਲਤੀ ਜਾਂ ਮੰਦ ਭਾਵਨਾ ਨਾਲ ਲਿਖੇ ਗਏ ਹੋਣ ਡੰਡੀ। ਪਰੰਤੂ ਅਜਿਹੀ ਪ੍ਰਤੀਕੂਲ ਟਿੱਪਣੀ ਨੂੰ ਖਾਰਜ ਕਰਨ ਸੰਬੰਧੀ ਪ੍ਰਤੀ ਬੇਨਤੀ ਨੂੰ ਅਜਿਹਾ ਮੌਕਾ ਨਹੀਂ ਸਮਝਿਆ ਜਾ ਸਕਦਾ ਜਿਸ ਦਾ ਲਾਭ ਉਠਾ ਕੇ ਜਾਂ ਜਿਸ ਦੀ ਆੜ ਵਿੱਚ ਸੰਬੰਧਿਤ ਕਰਮਚਾਰੀ ਆਪਣੇ ਅਫਸਰ ਦੇ ਵਿਰੁੱਧ ਆਪਣੇ ਮਨ ਦਾ ਉਬਾਲ ਕੱਢੇ, ਜਿਸ ਨੇ ਅਜਿਹੇ ਕਥਨ ਰਿਪੋਰਟ ਵਿੱਚ ਲਿਖੇ ਹੁੰਦੇ ਹਨ ਡੰਡੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੰਬੰਧਿਤ ਕਰਮਚਾਰੀਆਂ ਨੂੰ ਆਪਣੀ ਸਫਾਈ ਪੇਸ਼ ਕਰਨ ਦਾ ਪੂਰਾ ਹੱਕ ਹੈ, ਪਰ ਇਸ ਦਾ ਭਾਵ ਇਹ ਨਹੀਂ ਕਿ ਉਹਨਾਂ ਦੇ ਜੀਅ ਵਿੱਚ ਜੋ ਆਵੇ ਉਗਲ ਦੇਣ ਡੰਡੀ। ਸਟਾਪ।
ਸੰਯੁਕਤ ਸਕੱਤਰ ਸੇਵਾਵਾਂ ਤੇ ਰਾਜਨੀਤੀ ਦੇ ਅੱਧ ਸਰਕਾਰੀ ਪੱਤਰ ਮਿਤੀ 4 ਜੁਲਾਈ 1970 ਵੱਲ ਆਪ ਦਾ ਧਿਆਨ ਦਿਵਾਉਂਦੇ ਹੋਏ ਮੈਂ ਇਸ ਸੰਬੰਧੀ ਨਿਮਨ ਪਹਿਲੂਆਂ ਤੇ ਜ਼ੋਰ ਦੇਣਾ ਚਾਹੁੰਦਾ ਹਾਂ। ਡੰਡੀ ਭਿੰਨ ਭਿੰਨ ਸੇਵਾਵਾਂ ਸੰਬੰਧੀ ਨਿਯਮਾਵਲੀਆਂ ਬਣਾਉਣਾ ਜਿਹੜੀਆਂ ਸੰਵਿਧਾਨ ਦੇ ਅਨੁਕੂਲ ਹੋਣ। ਸੰਵਿਧਾਨ ਦੀ ਧਾਰਾ 309 ਅਨੁਸਾਰ ਇੱਕ ਕਾਨੂੰਨੀ ਲੋੜ ਹੈ। ਡੰਡੀ ਸੰਵਿਧਾਨ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਦੀਆਂ ਨਿਯਮਾਵਲੀਆਂ ਦੀ ਸੋਧ ਸੰਵਿਧਾਨ ਦੀ ਧਾਰਾ 313 ਅਤੇ ਹੁਣ ਤੱਕ ਦਿੱਤੇ ਕਾਨੂੰਨੀ ਫੈਸਲਿਆਂ ਨੂੰ ਮੁੱਖ ਰੱਖ ਕੇ ਪ੍ਰਬੰਧਕੀ ਤੌਰ ਤੇ ਜ਼ਰੂਰੀ ਹੈ। ਡੰਡੀ ਸੇਵਾਵਾਂ ਵਿਭਾਗ ਨੇ 1965 ਵਿੱਚ ਮਾਡਲ ਨਿਯਮਾਵਲੀ ਬਣਾ ਕੇ ਸਮੂਹ ਵਿਭਾਗਾਂ ਨੂੰ ਨਵੇਂ ਨਿਯਮ ਬਣਾਉਣ ਅਤੇ ਪੁਰਾਣੇ ਨਿਯਮਾਂ ਦੀ ਸੋਧ ਕਰਨ ਦੇ ਕੰਮ ਨੂੰ ਛੇਤੀ ਤੋਂ ਛੇਤੀ ਨਜਿੱਠਣ ਲਈ ਭੇਜੀ ਗਈ ਸੀ, ਪਰੰਤੂ ਉਸ ਉਪਰੰਤ 5 ਸਾਲ ਦਾ ਸਮਾਂ ਬੀਤ ਜਾਣ ਤੇ ਵੀ ਵਿਭਾਗਾਂ ਵੱਲੋਂ ਕੋਈ ਉਤਸ਼ਾਹਜਨਕ ਪ੍ਰਗਤੀ ਨਹੀਂ ਹੋਈ। ਹਾਲਾਂਕਿ ਸੇਵਾਵਾਂ ਵਿਭਾਗ ਲਗਾਤਾਰ ਚੇਤਾਵਨੀ ਪੱਤਰ ਜਾਰੀ ਕਰਦਾ ਰਿਹਾ ਹੈ। ਡੰਡੀ ਲੋਕ ਸੇਵਾ ਕਮਿਸ਼ਨ ਨੇ ਆਪਣੀਆਂ ਸਾਲਾਨਾ ਰਿਪੋਰਟਾਂ ਵਿੱਚ ਉਪਰੋਕਤ ਮਾਮਲੇ ਸੰਬੰਧੀ ਹੋਈ ਢਿੱਲ ਦਾ ਖਾਸ ਕਰਕੇ ਜ਼ਿਕਰ ਕੀਤਾ ਹੈ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਸੇਵਾ ਨਿਯਮਾਵਲੀਆਂ ਨੂੰ ਲੋੜੀਂਦੀ ਸਪੀਡ ਨਾਲ ਨਾ ਨਜਿੱਠਣ ਦੀ ਰੁਚੀ ਪ੍ਰਬੰਧਕੀ ਹਿੱਤਾਂ ਦੇ ਖਿਲਾਫ ਸਮਝੀ ਜਾਂਦੀ ਹੈ। ਡੰਡੀ ਇਸ ਲਈ ਪ੍ਰਬੰਧਕੀ ਵਿਭਾਗਾਂ ਨੂੰ ਅਜਿਹੀਆਂ ਰਿਪੋਰਟਾਂ ਦਾ ਮਹੱਤਵ ਸਮਝਣਾ ਚਾਹੀਦਾ ਹੈ। ਡੰਡੀ ਉਪਰੋਕਤ ਪਹਿਲੂਆਂ ਨੂੰ ਮੁੱਖ ਰੱਖਦੇ ਹੋਏ ਸੇਵਾ ਨਿਯਮਾਵਲੀਆਂ ਨੂੰ ਨਵੇਂ ਸਿਰੇ ਤੋਂ ਬਣਾਉਣ ਅਤੇ ਸੋਧ ਕਰਨ ਦੇ ਕੰਮ ਵਿੱਚ ਢਿੱਲ ਨੂੰ ਸਰਕਾਰ ਸੰਜੀਦਾ ਤੌਰ ਤੇ ਲੈਂਦੀ ਹੈ। ਡੰਡੀ ਇਸ ਲਈ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਇਸ ਕੰਮ ਨੂੰ ਵਿਸ਼ੇਸ਼ ਯਤਨ ਕਰਵਾ ਕੇ ਛੇਤੀ ਨਜਿੱਠਣ ਦਾ ਉਪਰਾਲਾ ਕਰੋ ਅਤੇ ਸੰਬੰਧਿਤ ਵਿਭਾਗਾਂ ਅਫਸਰਾਂ ਜਿਨ੍ਹਾਂ ਨੂੰ ਇਹ ਕੰਮ ਸੌਂਪਿਆ ਗਿਆ ਹੈ ਕੋਲੋਂ ਇੱਕ ਵਿਸਥਾਰਪੂਰਵਕ ਰਿਪੋਰਟ ਜਿਸ ਵਿੱਚ ਆਪ ਅਧੀਨ ਸਮੂਹ ਸੇਵਾਵਾਂ ਦੀਆਂ ਨਿਯਮਾਵਲੀਆਂ ਬਾਰੇ ਸਥਿਤੀ ਦਰਸਾਈ ਹੋਵੇ ਲੈ ਕੇ ਸੇਵਾਵਾਂ ਵਿਭਾਗ ਨੂੰ ਭੇਜੋ ਅਤੇ ਉਹਨਾਂ ਅਫਸਰਾਂ ਦੀਆਂ ਪ੍ਰਗਤੀ ਰਿਪੋਰਟਾਂ ਨੂੰ ਮੁੱਖ ਰੱਖ ਕੇ ਅਜਿਹੀ ਅਗੇਤਰੀ ਕਾਰਵਾਈ ਕਰੋ ਜਿਹੜੀ ਇਸ ਮਸਲੇ ਨੂੰ ਤੁਰੰਤ ਨਜਿੱਠਣ ਲਈ ਲੋੜੀਂਦੀ ਹੋਵੇ। ਡੰਡੀ ਮੈਨੂੰ ਇਹ ਲਿਖਣ ਦੀ ਆਗਿਆ ਹੋਈ ਹੈ ਕਿ ਭਾਵੇਂ ਕਿਸੇ ਕਸੂਰਵਾਰ ਕਰਮਚਾਰੀ ਨੂੰ ਦਿੱਤੀ ਚੇਤਾਵਨੀ ਦੰਡ ਨਹੀਂ ਗਿਣਿਆ ਜਾਂਦਾ, ਪਰ ਜਦੋਂ ਅਜਿਹੀ ਚੇਤਾਵਨੀ ਦੀ ਇੱਕ ਨਕਲ ਕਿਸੇ ਕਰਮਚਾਰੀ ਦੀ ਨਿੱਜੀ ਮਿਸਲ ਵਿੱਚ ਰੱਖੀ ਜਾਂਦੀ ਹੈ ਤਾਂ ਕਾਨੂੰਨੀ ਦ੍ਰਿਸ਼ਟੀ ਤੋਂ ਇਹ ਇੱਕ ਦੰਡ ਬਣ ਜਾਂਦਾ ਹੈ, ਕਿਉਂਕਿ ਇਸ ਦਾ ਸੰਬੰਧਿਤ ਕਰਮਚਾਰੀ ਦੇ ਸੇਵਾ ਮਾਮਲਿਆਂ ਤੇ ਬੁਰਾ ਅਸਰ ਪੈ ਸਕਦਾ ਹੈ। ਡੰਡੀ ਇਸ ਲਈ ਚੇਤਾਵਨੀ ਸੰਬੰਧਿਤ ਕਰਮਚਾਰੀ ਦੀ ਨਿੱਜੀ ਮਿਸਲ ਵਿੱਚ ਰੱਖਣ ਤੋਂ ਪਹਿਲਾਂ ਇਹ ਸੰਵਿਧਾਨਕ ਤੌਰ ਤੇ ਜ਼ਰੂਰੀ ਸਮਝਿਆ ਜਾਂਦਾ ਹੈ ਕਿ ਉਸ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਦਾ ਯੋਗ ਮੌਕਾ ਦਿੱਤਾ ਜਾਵੇ। ਡੰਡੀ ਸਟਾਪ।
ਸਰਕਾਰੀ ਕਰਮਚਾਰੀਆਂ ਨੂੰ ਆਪਣੇ ਜ਼ਿਲ੍ਹਿਆਂ, ਤਹਿਸੀਲਾਂ, ਸ਼ਹਿਰਾਂ ਜਾਂ ਪਿੰਡਾਂ ਵਿੱਚ ਤਾਇਨਾਤ ਕਰਨ ਦੀਆਂ ਜੋ ਪਾਬੰਦੀਆਂ ਲਾਗੂ ਹਨ, ਉਹਨਾਂ ਦੇ ਅਧੀਨ ਰਹਿੰਦਿਆਂ ਹੋਇਆਂ ਯਤਨ ਕੀਤਾ ਜਾਣਾ ਚਾਹੀਦਾ ਹੈ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਅਣਵਿਆਹੀਆਂ ਕੁੜੀਆਂ ਅਤੇ ਵਿਧਵਾ ਇਸਤਰੀਆਂ ਨੂੰ ਉਹਨਾਂ ਲਈ ਅਨੁਕੂਲ ਥਾਵਾਂ 'ਤੇ ਤਾਇਨਾਤ ਕੀਤਾ ਜਾਵੇ। ਡੰਡੀ ਕਿਸੇ ਗਜ਼ਟਡ ਅਫਸਰ ਨੂੰ ਉਸ ਦੇ ਆਪਣੇ ਜ਼ਿਲ੍ਹੇ ਵਿੱਚ ਜਾਂ ਅਜਿਹੀ ਥਾਂ 'ਤੇ ਤਾਇਨਾਤ ਨਹੀਂ ਕੀਤਾ ਜਾਣਾ ਚਾਹੀਦਾ ਜੋ ਉਸ ਦੇ ਜੱਦੀ ਪਿੰਡ ਜਾਂ ਸ਼ਹਿਰ ਤੋਂ 25 ਮੀਲਾਂ ਨਾਲੋਂ ਨੇੜੇ ਹੋਵੇ, ਪਰ ਇਹ ਪਾਬੰਦੀ ਉਹਨਾਂ ਅਸਾਮੀਆਂ 'ਤੇ ਲਾਗੂ ਨਹੀਂ ਹੋਵੇਗੀ ਜਿਨ੍ਹਾਂ ਬਾਰੇ ਸਰਕਾਰ ਵੱਲੋਂ ਛੋਟ ਦਿੱਤੀ ਗਈ ਹੈ। ਡੰਡੀ ਜੇਕਰ ਕਿਸੇ ਕਰਮਚਾਰੀ ਨੇ ਕਿਸੇ ਖਾਸ ਇਲਾਕੇ ਵਿੱਚ ਹਰ ਪਾਸਿਓਂ ਕਾਮਯਾਬੀ ਦਾ ਸਿਹਰਾ ਪ੍ਰਾਪਤ ਕੀਤਾ ਹੋਵੇ ਅਤੇ ਉਸ ਇਲਾਕੇ ਵਿੱਚ ਉਸ ਦੀ ਸੇਵਾ ਜਨਤਾ ਲਈ ਬਹੁਤ ਲਾਹੇਵੰਦ ਸਾਬਤ ਹੋਈ ਹੋਵੇ ਤਾਂ 3 ਸਾਲਾਂ ਦਾ ਸਮਾਂ ਲੰਘ ਜਾਣ ਤੋਂ ਪਿੱਛੋਂ ਵੀ ਉਸ ਨੂੰ ਉਸ ਇਲਾਕੇ ਵਿੱਚ ਲੱਗਾ ਰਹਿਣ ਦਿੱਤਾ ਜਾਵੇ। ਡੰਡੀ ਇਸੇ ਤਰ੍ਹਾਂ 3 ਸਾਲਾ ਸਿਧਾਂਤ ਉਹਨਾਂ ਕਰਮਚਾਰੀਆਂ ਸੰਬੰਧੀ ਵੀ ਲਾਗੂ ਨਾ ਕੀਤਾ ਜਾਵੇ ਜਿਹੜੇ ਕਾਲਜਾਂ, ਸਕੂਲਾਂ ਅਤੇ ਲੈਬਾਰਟਰੀਆਂ ਵਿੱਚ ਕੰਮ ਕਰ ਰਹੇ ਹਨ, ਕਿਉਂਕਿ ਅਜਿਹੀਆਂ ਥਾਵਾਂ 'ਤੇ ਅਜਿਹੇ ਕਰਮਚਾਰੀਆਂ ਦਾ ਜਿਨ੍ਹਾਂ ਦਾ ਕੰਮ ਸ਼ਲਾਘਾਯੋਗ ਹੋਵੇ ਲੱਗੇ ਰਹਿਣਾ ਚੰਗੀਆਂ ਪਰੰਪਰਾਵਾਂ ਕਾਇਮ ਕਰਨ ਲਈ ਵਧੇਰੇ ਸਹਾਈ ਹੋਵੇਗਾ ਜਿਹੜੀਆਂ ਕਾਮਯਾਬੀ ਦਾ ਰਾਜ ਹੁੰਦੀਆਂ ਹਨ। ਡੰਡੀ ਪੈਰਾ ਭਾਵੇਂ 3 ਸਾਲਾਂ ਵਾਲਾ ਨਿਯਮ ਆਮ ਪਾਲਣਾ ਲਈ ਹੋਵੇਗਾ ਤਾਂ ਜੋ ਅਫਸਰਾਂ ਨੂੰ ਫੀਲਡ ਅਤੇ ਸਕੱਤਰੇਤ ਵਿੱਚ ਵਾਰੀ-ਵਾਰੀ ਸੇਵਾ ਕਰਨ ਦਾ ਅਵਸਰ ਪ੍ਰਾਪਤ ਹੋ ਸਕੇ, ਪਰ ਫਿਰ ਵੀ ਕਿਸੇ ਖਾਸ ਹਾਲਤ ਵਿੱਚ ਲੋਕ ਸੇਵਾ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਕਿਸੇ ਅਫਸਰ ਨੂੰ ਜਿਸ ਨੇ ਇੱਕ ਵਿਭਾਗ ਵਿੱਚ ਆਪਣਾ ਕਾਰਜਕਾਲ ਸਮਾਪਤ ਕਰ ਲਿਆ ਹੋਵੇ, ਸਕੱਤਰ, ਡਿਪਟੀ ਸਕੱਤਰ ਜਾਂ ਅਧੀਨ ਸਕੱਤਰ ਦੀ ਅਸਾਮੀ 'ਤੇ ਲੱਗੇ ਰਹਿਣ ਪਿੱਛੋਂ ਕਿਸੇ ਦੂਸਰੇ ਵਿਭਾਗ ਵਿੱਚ ਸਕੱਤਰੇਤ ਵਿੱਚ ਵੀ ਤਾਇਨਾਤ ਕਰਨ ਦੀ ਲੋੜ ਪੈ ਸਕਦੀ ਹੈ। ਡੰਡੀ ਐਪਰ ਆਮ ਕਰਕੇ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੋਵੇਗਾ ਕਿ ਅਫਸਰਾਂ ਨੂੰ ਫੀਲਡ ਅਤੇ ਸਕੱਤਰੇਤ ਵਿੱਚ ਕੰਮ ਕਰਨ ਦਾ ਮੌਕਾ ਉਚਿਤ ਰੂਪ ਵਿੱਚ ਮਿਲਣਾ ਚਾਹੀਦਾ ਹੈ। ਡੰਡੀ ਜਿਨ੍ਹਾਂ ਕਰਮਚਾਰੀਆਂ ਨੂੰ ਚੋਣਾਂ ਦੀ ਡਿਊਟੀ 'ਤੇ ਲਾਇਆ ਗਿਆ ਹੋਵੇ ਉਹਨਾਂ ਨੂੰ ਉਦੋਂ ਤੱਕ ਤਬਦੀਲ ਨਾ ਕੀਤਾ ਜਾਵੇ ਜਦੋਂ ਤੱਕ ਕਿ ਆਮ ਚੋਣ ਜਾਂ ਉਪ ਚੋਣ ਮੁਕੰਮਲ ਨਾ ਹੋ ਜਾਵੇ। ਡੰਡੀ ਸਿਵਲ ਰੱਖਿਆ ਦੇ ਕੰਮ ਵਿੱਚ ਰੁਕਾਵਟ ਨਾ ਪਾਉਣ ਦੇ ਨਜ਼ਰੀਏ ਨਾਲ ਜਿੱਥੋਂ ਤੱਕ ਸੰਭਵ ਹੋਵੇ ਉਹਨਾਂ ਕਰਮਚਾਰੀਆਂ ਦੀ ਬਦਲੀ ਨਹੀਂ ਕੀਤੀ ਜਾਣੀ ਚਾਹੀਦੀ ਜਿਨ੍ਹਾਂ ਨੇ ਸਿਵਲ ਰੱਖਿਆ ਦੀ ਚੰਗੇਰੀ ਅਮਲੀ ਸੂਝ ਪ੍ਰਾਪਤ ਕਰ ਲਈ ਹੋਵੇ। ਡੰਡੀ ਬਹੁਤ ਹੀ ਜ਼ਰੂਰੀ ਬਦਲੀਆਂ ਦੀ ਸੂਰਤ ਵਿੱਚ ਸੰਬੰਧਿਤ ਡਿਪਟੀ ਕਮਿਸ਼ਨਰ ਨੂੰ ਇਤਲਾਹ ਭੇਜੀ ਜਾਵੇ ਤਾਂ ਜੋ ਡਿਪਟੀ ਕਮਿਸ਼ਨਰ ਤੁਰੰਤ ਹੋਰ ਪ੍ਰਬੰਧ ਕਰ ਸਕੇ। ਡੰਡੀ ਸਟਾਪ।
ਸਰਕਾਰੀ ਕਰਮਚਾਰੀਆਂ ਦੀਆਂ ਤੈਨਾਤੀਆਂ, ਬਦਲੀਆਂ ਅਤੇ ਮੱਧਕਾਲੀ ਬਦਲੀਆਂ ਨੂੰ ਨਿਯਮਬੱਧ ਕਰਨ ਸੰਬੰਧੀ ਸਮੇਂ-ਸਮੇਂ ਸਿਰ ਹਦਾਇਤਾਂ ਜਾਰੀ ਕਰਦੀ ਰਹੀ ਹੈ। ਡੰਡੀ ਵੇਖਣ ਵਿੱਚ ਆਇਆ ਹੈ ਕਿ ਮੰਤਰੀਆਂ ਦਾ ਬਹੁਤ ਸਾਰਾ ਸਮਾਂ ਅਜਿਹੇ ਲੋਕਾਂ ਨੂੰ ਮਿਲਣ ਵਿੱਚ ਹੀ ਜਾਇਆ ਹੋ ਜਾਂਦਾ ਹੈ ਜਿਨ੍ਹਾਂ ਦੀ ਬਦਲੀ ਸੰਬੰਧੀ ਕੋਈ ਸਮੱਸਿਆ ਹੁੰਦੀ ਹੈ। ਡੰਡੀ ਸਰਕਾਰੀ ਕਰਮਚਾਰੀ ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਕੇ ਸਿਆਸੀ ਦਬਾਅ ਪਾਉਂਦੇ ਹਨ ਤਾਂ ਜੋ ਉਹ ਆਪੋ ਆਪਣੀ ਮਰਜ਼ੀ ਦੀਆਂ ਖਾਸ ਥਾਵਾਂ 'ਤੇ ਤੈਨਾਤੀ ਕਰਵਾ ਸਕਣ। ਡੰਡੀ ਸਰਕਾਰ ਨੇ ਇਸ ਸਮੱਸਿਆ 'ਤੇ ਗੰਭੀਰਤਾ ਨਾਲ ਵਿਚਾਰ ਕੀਤੀ ਹੈ ਅਤੇ ਮੌਜੂਦਾ ਹਦਾਇਤਾਂ ਦਾ ਜਾਇਜ਼ਾ ਲੈ ਕੇ ਨਿਮਨ ਗਾਈਡ ਲਾਈਨਜ਼ ਤਿਆਰ ਕੀਤੀਆਂ ਹਨ। ਡੰਡੀ ਇਹ ਪਥ ਪ੍ਰਦਰਸ਼ਕ ਸਿਧਾਂਤ ਰਾਜ ਵਿੱਚ ਸਰਕਾਰੀ ਕਰਮਚਾਰੀਆਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਸੰਬੰਧੀ ਲਾਗੂ ਹੋਣੇ ਚਾਹੀਦੇ ਹਨ। ਡੰਡੀ ਕਰਮਚਾਰੀਆਂ ਦੀ ਕਿਸੇ ਵੀ ਸ਼੍ਰੇਣੀ ਦੀਆਂ ਬਦਲੀਆਂ ਅਤੇ ਤੈਨਾਤੀਆਂ ਸਧਾਰਨ ਤੌਰ 'ਤੇ ਸਾਲ ਵਿੱਚ ਇੱਕੋ ਵਾਰੀ ਸਰਕਾਰ ਵੱਲੋਂ ਨਿਰਧਾਰਤ ਸਮੇਂ ਦੌਰਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਡੰਡੀ ਸੰਬੰਧਿਤ ਅਧਿਕਾਰੀਆਂ ਨੂੰ ਇੱਕੋ ਸਮੇਂ ਧਿਆਨ ਨਾਲ ਸੋਚ ਵਿਚਾਰ ਕਰ ਲੈਣੀ ਚਾਹੀਦੀ ਹੈ ਕਿ ਅਜਿਹੇ ਪ੍ਰਬੰਧ ਸਾਰੇ ਸਾਲ ਲਈ ਕਾਇਮ ਰਹਿਣ। ਡੰਡੀ ਜੇਕਰ ਕਿਸੇ ਕਰਮਚਾਰੀ ਦੀ ਬਦਲੀ ਉਪਰੋਕਤ ਸਮੇਂ ਤੋਂ ਅੱਗੋਂ ਪਿੱਛੋਂ ਕੀਤੀ ਜਾਣੀ ਹੋਵੇ ਤਾਂ ਸਮਰੱਥ ਅਧਿਕਾਰੀ ਨੂੰ ਅਜਿਹਾ ਕਰਨ ਤੋਂ ਪਹਿਲਾਂ ਆਪਣੇ ਤੋਂ ਅਗਲੇ ਅਧਿਕਾਰੀ ਦੀ ਪ੍ਰਵਾਨਗੀ ਜ਼ਰੂਰੀ ਤੌਰ 'ਤੇ ਲੈਣੀ ਚਾਹੀਦੀ ਹੈ। ਡੰਡੀ ਪੈਰਾ ਸਧਾਰਨ ਤੌਰ 'ਤੇ ਕਿਸੇ ਕਰਮਚਾਰੀ ਨੂੰ 3 ਸਾਲ ਦੇ ਸਮੇਂ ਲਈ ਇੱਕ ਕੰਮ 'ਤੇ ਰੱਖਿਆ ਜਾਵੇ। ਡੰਡੀ ਨਿਸ਼ਚਿਤ ਕਾਰਜਕਾਲ ਤੋਂ ਪਹਿਲਾਂ ਤਬਦੀਲੀ ਕੇਵਲ ਮਜਬੂਰੀ ਦੀ ਹਾਲਤ ਵਿੱਚ ਅਤੇ ਉਦੋਂ ਕਰਨੀ ਹੀ ਚਾਹੀਦੀ ਹੈ ਜਦੋਂ ਲੋਕ ਸੇਵਾ ਦੇ ਹਿੱਤ ਵਿੱਚ ਅਜਿਹਾ ਕਰਨਾ ਜ਼ਰੂਰੀ ਹੋਵੇ। ਡੰਡੀ ਸਮਰੱਥ ਅਧਿਕਾਰੀ ਇੱਕ ਸ਼੍ਰੇਣੀ ਦੀਆਂ ਬਦਲੀਆਂ ਦਾ ਕੇਵਲ ਇੱਕੋ ਹੀ ਹੁਕਮ ਜਾਰੀ ਕਰੇਗਾ। ਡੰਡੀ ਥੋੜ੍ਹੇ ਕਰਮਚਾਰੀਆਂ ਦੇ ਵੱਖ-ਵੱਖ ਹੁਕਮ ਨਾ ਕੀਤੇ ਜਾਣ। ਡੰਡੀ ਸਮਰੱਥ ਅਧਿਕਾਰੀ ਉਕਤ ਸਮੇਂ ਦੌਰਾਨ ਕੀਤੀਆਂ ਜਾਣ ਵਾਲੀਆਂ ਤੈਨਾਤੀਆਂ ਅਤੇ ਬਦਲੀਆਂ ਸੰਬੰਧੀ ਆਪਣੇ ਅਧੀਨ ਦਫ਼ਤਰਾਂ ਪਾਸੋਂ ਤਜਵੀਜ਼ਾਂ ਮੰਗੇਗਾ। ਡੰਡੀ ਅਧੀਨ ਦਫ਼ਤਰ ਆਪਣੀਆਂ ਤਜਵੀਜ਼ਾਂ ਹਰੇਕ ਸਾਲ ਫਰਵਰੀ ਦੇ ਅੰਤ ਤੱਕ ਭੇਜ ਸਕਣਗੇ। ਡੰਡੀ ਜੇਕਰ ਕੋਈ ਕਰਮਚਾਰੀ ਦੁਖਦਾਈ ਹਾਲਤ ਦੇ ਆਧਾਰ 'ਤੇ ਆਪਣੀ ਬਦਲੀ ਕਰਵਾਉਣਾ ਚਾਹੇ ਤਾਂ ਉਸ ਨੂੰ ਯੋਗ ਪ੍ਰਣਾਲੀ ਰਾਹੀਂ ਸਮਰੱਥ ਅਧਿਕਾਰੀ ਨੂੰ ਬਿਨੈ ਪੱਤਰ ਦੇਣਾ ਪਵੇਗਾ। ਡੰਡੀ ਸਮਰੱਥ ਅਧਿਕਾਰੀ ਬਿਨੈ ਦੀ ਸੱਚਾਈ ਸੰਬੰਧੀ ਤਸੱਲੀ ਕਰ ਲੈਣ ਉਪਰੰਤ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਬਿਨੈ ਪੱਤਰ ਦਾ ਫੈਸਲਾ ਗੁਣ ਔਗੁਣ ਦੇ ਆਧਾਰ 'ਤੇ ਕਰੇਗਾ। ਡੰਡੀ ਜਦੋਂ ਪਤੀ ਅਤੇ ਪਤਨੀ ਦੋਵੇਂ ਸਰਕਾਰੀ ਮੁਲਾਜ਼ਮਤ ਵਿੱਚ ਹੋਣ ਤਾਂ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਦੋਵਾਂ ਨੂੰ ਇੱਕੋ ਥਾਂ ਰੱਖਿਆ ਜਾਵੇ। ਡੰਡੀ ਸਰਕਾਰੀ ਕਰਮਚਾਰੀਆਂ ਨੂੰ ਆਪਣੇ ਜ਼ਿਲ੍ਹਿਆਂ, ਤਹਿਸੀਲਾਂ ਅਤੇ ਸ਼ਹਿਰਾਂ ਤੇ ਪਿੰਡਾਂ ਵਿੱਚ ਤਾਇਨਾਤ ਕਰਨ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਜਾਣ। ਡੰਡੀ ਸਟਾਪ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪਹਿਲ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਪ੍ਰਸਾਰ 'ਤੇ ਰੋਕ ਲਗਾਉਣ ਲਈ ਅੰਤਰਰਾਜੀ ਕਾਨਫਰੰਸ ਬੁਲਾਏ ਜਾਣ ਦਾ ਐਲਾਨ ਬਿਨਾਂ ਸ਼ੱਕ ਕਿਸੇ ਤਪਦੀ ਹੋਈ ਧਰਤੀ 'ਤੇ ਵਰਖਾ ਦੀ ਪਹਿਲੀ ਫੁਹਾਰ ਵਰਗਾ ਜਾਪਦਾ ਹੈ। ਡੰਡੀ ਇਹ ਕਾਨਫਰੰਸ 25 ਜੁਲਾਈ ਨੂੰ ਸੱਦੀ ਗਈ ਹੈ ਅਤੇ ਇਸ ਵਿੱਚ ਭਾਗ ਲੈਣ ਲਈ ਇਹਨਾਂ ਦੋਵਾਂ ਸੂਬਿਆਂ ਤੋਂ ਇਲਾਵਾ ਹਿਮਾਚਲ, ਚੰਡੀਗੜ੍ਹ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਦੇ ਮੁੱਖ ਮੰਤਰੀਆਂ ਅਤੇ ਇਸ ਵਿਸ਼ੇ ਨਾਲ ਸੰਬੰਧਿਤ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਸੱਦਾ ਦਿੱਤਾ ਗਿਆ ਹੈ। ਡੰਡੀ ਇਸ ਤੋਂ ਪਹਿਲਾਂ ਇਹਨਾਂ ਦੋਵਾਂ ਵੱਡੇ ਨੇਤਾਵਾਂ ਨੇ ਵੀ ਇਸ ਗੰਭੀਰ ਅਤੇ ਅਹਿਮ ਮੁੱਦੇ 'ਤੇ ਆਪਸੀ ਤੌਰ 'ਤੇ ਡੂੰਘੀ ਵਿਚਾਰ ਚਰਚਾ ਕੀਤੀ ਅਤੇ ਇਲਾਜ ਬਣਦੀ ਜਾ ਰਹੀ ਇਸ ਬਿਮਾਰੀ ਦੀ ਰੋਕਥਾਮ ਲਈ ਗੰਭੀਰਤਾ ਨਾਲ ਗੱਲਬਾਤ ਕੀਤੀ। ਡੰਡੀ ਬਿਨਾਂ ਸ਼ੱਕ ਇਹ ਇੱਕ ਸਾਰਥਕ ਪਹਿਲ ਹੈ। ਡੰਡੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਸ਼ੇ ਦੀ ਵਰਤੋਂ ਦੀ ਸਮੱਸਿਆ ਅੱਜ ਇੰਨੀ ਗੰਭੀਰ ਹੋ ਚੁੱਕੀ ਹੈ ਕਿ ਦੇਸ਼ ਅਤੇ ਸਮਾਜ ਦੀ ਨੌਜਵਾਨ ਪੀੜ੍ਹੀ ਦਾ ਭਵਿੱਖ ਹਨੇਰੇ ਵੱਲ ਜਾਂਦਾ ਪ੍ਰਤੀਤ ਹੁੰਦਾ ਹੈ। ਡੰਡੀ ਇਹ ਸਮੱਸਿਆ ਬੇਸ਼ੱਕ ਪੰਜਾਬ ਅਤੇ ਹਰਿਆਣਾ ਵਿੱਚ ਜ਼ਿਆਦਾ ਗੰਭੀਰ ਹੁੰਦੀ ਦਿਖਾਈ ਦਿੰਦੀ ਹੈ, ਪਰ ਰਾਜਧਾਨੀ ਦਿੱਲੀ ਅਤੇ ਹਿਮਾਚਲ ਵੀ ਓਨੇ ਹੀ ਪ੍ਰਭਾਵਿਤ ਹਨ। ਡੰਡੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵੀ ਨਸ਼ੇ ਦੀ ਗਿਰਫਤ ਵਿੱਚ ਹਨ। ਡੰਡੀ ਹਾਲਾਂਕਿ ਇਹਨਾਂ ਸੂਬਿਆਂ ਵਿੱਚ ਜ਼ਿਆਦਾਤਰ ਵਰਤਿਆ ਜਾਣ ਵਾਲਾ ਨਸ਼ਾ ਪੰਜਾਬ, ਦਿੱਲੀ, ਹਿਮਾਚਲ ਅਤੇ ਹਰਿਆਣਾ ਵਿੱਚ ਵਿਕਦੀ ਮਹਿੰਗੀ ਹੈਰੋਇਨ ਵਰਗਾ ਪੰਜਾਬ ਅਤੇ ਹਰਿਆਣਾ ਵਿੱਚ ਇਸ ਨਸ਼ੇ ਦੀ ਭਿਆਨਕਤਾ ਦੀ ਸਥਿਤੀ ਇਹ ਹੈ ਕਿ ਥਾਂ-ਥਾਂ 'ਤੇ ਨਸ਼ਾ ਛੁਡਾਊ ਕੇਂਦਰ ਖੁੱਲ੍ਹ ਗਏ ਹਨ। ਡੰਡੀ ਹਰ ਰੋਜ਼ 1-2 ਨੌਜਵਾਨਾਂ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਅਤੇ ਨਸ਼ਾ ਨਾ ਮਿਲਣ ਦੇ ਕਾਰਨ ਮੌਤ ਹੋਣ ਦੀਆਂ ਖਬਰਾਂ ਮਿਲਦੀਆਂ ਰਹਿੰਦੀਆਂ ਹਨ। ਡੰਡੀ 5 ਕਰੋੜ ਰੁਪਏ ਕਿਲੋ ਦੇ ਹਿਸਾਬ ਨਾਲ ਵਿਕਣ ਵਾਲੀ ਹੈਰੋਇਨ ਦੀ ਤਸਕਰੀ ਅਤੇ ਇਸ ਦੀ ਬਰਾਮਦਗੀ ਦੀ ਮਾਤਰਾ ਵੀ ਲਗਾਤਾਰ ਵਧਦੀ ਜਾ ਰਹੀ ਹੈ। ਡੰਡੀ ਪਿਛਲੇ ਦਿਨੀ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਬਰਾਮਦ ਹੋਣ ਵਾਲੀ ਸਭ ਤੋਂ ਵੱਡੀ 2660 ਕਰੋੜ ਰੁਪਏ ਕੀਮਤ ਦੀ 532 ਕਿਲੋ ਹੈਰੋਇਨ ਦੀ ਖੇਪ ਵੀ ਪੰਜਾਬ ਤੋਂ ਹੀ ਬਰਾਮਦ ਹੋਈ, ਜੋ ਪਾਕਿਸਤਾਨ ਤੋਂ ਲੂਣ ਨਾਲ ਭਰੇ ਟਰੱਕਾਂ ਦੀਆਂ ਬੋਰੀਆਂ ਵਿੱਚ ਛੁਪਾ ਕੇ ਲਿਆਂਦੀ ਜਾ ਰਹੀ ਸੀ। ਡੰਡੀ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉੱਤਰ ਭਾਰਤ ਦੇ ਕਈ ਰਾਜਾਂ ਵਿੱਚ ਲੋਕਾਂ ਨੂੰ ਨਸ਼ੇੜੀ ਬਣਾਉਣ ਦੀ ਕਵਾਇਦ ਦੇ ਪਿੱਛੇ ਗਵਾਂਢੀ ਦੇਸ਼ ਦੀ ਦੁਸ਼ਮਣੀ ਭਰੀ ਮਾਨਸਿਕਤਾ ਅਤੇ ਰਣਨੀਤੀ ਵੀ ਪੂਰੀ ਜ਼ਿੰਮੇਵਾਰ ਹੈ। ਡੰਡੀ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੋ ਚੁੱਕੀਆਂ ਹਨ। ਡੰਡੀ ਪੰਜਾਬ ਅਤੇ ਹਰਿਆਣਾ ਦੇ ਪ੍ਰਸ਼ਾਸਨਿਕ ਤੰਤਰ, ਖਾਸ ਕਰਕੇ ਪੁਲਿਸ ਪ੍ਰਸ਼ਾਸਨ ਤੰਤਰ ਦੇ ਪੈਰ ਵੀ ਹੈਰੋਇਨ ਤਸਕਰੀ ਦੀ ਇਸ ਗੰਦੀ ਦਲਦਲ ਵਿੱਚ ਫਸੇ ਹੋਏ ਹਨ। ਡੰਡੀ ਇੱਥੋਂ ਤੱਕ ਕਿ ਪੰਜਾਬ ਵਿੱਚ ਤਾਂ ਉੱਚ ਪੱਧਰ ਦੇ ਕਈ ਪੁਲਿਸ ਅਧਿਕਾਰੀ ਵੀ ਇਸ ਨਾਲ ਜੁੜੇ ਪਾਏ ਗਏ ਹਨ। ਡੰਡੀ
ਮੈਨੂੰ ਹਦਾਇਤ ਹੋਈ ਹੈ ਕਿ ਮੈਂ ਆਪ ਦਾ ਧਿਆਨ ਉਪਰੋਕਤ ਵਿਸ਼ੇ ਵੱਲ ਦਿਵਾਵਾਂ ਅਤੇ ਦੱਸਾਂ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਨੇ ਆਪਣੀ ਵਾਰਸ਼ਿਕ ਰਿਪੋਰਟ ਦੇ ਪੈਰਾ ਨੰਬਰ 29 ਵਿੱਚ ਅੰਕਿਤ ਕੀਤਾ ਸੀ ਕਿ ਪੰਜਾਬ ਸਿਵਲ ਸਰਵਿਸ ਦੰਡ ਅਤੇ ਅਪੀਲ ਨਿਯਮਾਵਲੀ 1970 ਅਧੀਨ ਅਨੁਸ਼ਾਸਨੀ ਕਾਰਵਾਈ ਦੇ ਕੇਸਾਂ ਸੰਬੰਧੀ ਕਮਿਸ਼ਨ ਦੀ ਪ੍ਰਵਾਨਗੀ ਪ੍ਰਾਪਤ ਕਰਨ ਦੀ ਤਜਵੀਜ਼ ਮੈਰਿਟ ਦੇ ਆਧਾਰ ਤੇ ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਭੇਜੀ ਜਾਂਦੀ ਹੈ। ਡੰਡੀ ਕਈ ਵਿਭਾਗਾਂ ਵੱਲੋਂ ਅਨੁਸ਼ਾਸਨੀ ਕਾਰਵਾਈ ਦੇ ਕੇਸਾਂ ਵਿੱਚ ਕਮਿਸ਼ਨ ਤੋਂ ਸਲਾਹ ਪ੍ਰਾਪਤ ਕਰਨ ਤੋਂ ਬਾਅਦ ਫਿਰ ਨਵੀਂ ਤਜਵੀਜ਼ ਬਣਾ ਕੇ ਭੇਜ ਦਿੱਤੀ ਜਾਂਦੀ ਹੈ, ਜਿਸ ਵਿੱਚ ਪਹਿਲਾਂ ਦਿੱਤੀ ਗਈ ਸਜ਼ਾ ਨੂੰ ਘਟਾਉਣ ਦਾ ਫੈਸਲਾ ਕੀਤਾ ਗਿਆ ਹੁੰਦਾ ਹੈ। ਡੰਡੀ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕਈ ਵਿਭਾਗਾਂ ਵੱਲੋਂ ਵੱਡੀ ਸਜ਼ਾ ਦੀ ਜਗ੍ਹਾ ਤੇ ਛੋਟੀ ਸਜ਼ਾ ਦੇ ਦਿੱਤੀ ਜਾਂਦੀ ਹੈ, ਭਾਵੇਂ ਕਮਿਸ਼ਨ ਪਾਸੋਂ ਵੱਡੀ ਸਜ਼ਾ ਦੇਣ ਲਈ ਹੀ ਪ੍ਰਵਾਨਗੀ ਪ੍ਰਾਪਤ ਕੀਤੀ ਗਈ ਹੋਵੇ। ਡੰਡੀ ਕਮਿਸ਼ਨ ਦੀ ਉਕਤ ਰਿਪੋਰਟ ਨੂੰ ਮੁੱਖ ਰੱਖਦੇ ਹੋਏ ਸਾਰੇ ਵਿਭਾਗਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਪੰਜਾਬ ਸਿਵਲ ਸਰਵਿਸ ਦੰਡ ਅਤੇ ਅਪੀਲ ਨਿਯਮ 1970 ਅਧੀਨ ਅਨੁਸ਼ਾਸਨੀ ਕਾਰਵਾਈ ਦੇ ਮਾਮਲਿਆਂ ਸੰਬੰਧੀ ਕਮਿਸ਼ਨ ਤੋਂ ਪ੍ਰਵਾਨਗੀ ਪ੍ਰਾਪਤ ਕਰਨ ਤੋਂ ਪਹਿਲਾਂ ਮਾਮਲੇ ਨੂੰ ਹਰ ਪੱਖੋਂ ਵਿਚਾਰਨ ਅਤੇ ਪੂਰੀ ਤਰ੍ਹਾਂ ਵਿਚਾਰ ਕਰਨ ਤੋਂ ਬਾਅਦ ਹੀ ਪ੍ਰਵਾਨਗੀ ਲਈ ਭੇਜਣ। ਡੰਡੀ ਪੈਰਾ ਉਪਰੋਕਤ ਵਿਸ਼ੇ ਸੰਬੰਧੀ ਆਪ ਦਾ ਧਿਆਨ ਦਿਵਾਉਂਦੇ ਹੋਏ ਮੈਨੂੰ ਇਹ ਲਿਖਣ ਦਾ ਹੁਕਮ ਹੋਇਆ ਹੈ ਕਿ ਪੰਜਾਬ ਸਿਵਲ ਸਰਵਿਸਿਜ਼ ਪ੍ਰੀ ਮੈਚੋਰ ਰਿਟਾਇਰਮੈਂਟ ਨਿਯਮਾਵਲੀ 1975 ਦੇ ਉਪਨਿਯਮ 3(1) ਏ ਅਨੁਸਾਰ ਜੇ ਉਚਿਤ ਅਥਾਰਟੀ ਕਿਸੇ ਕਰਮਚਾਰੀ ਨੂੰ ਉਸ ਤਾਰੀਖ ਨੂੰ ਜਿਸ ਦਿਨ ਉਹ 25 ਸਾਲ ਦੀ ਕਾਬਲ ਬਣਾਉਣ ਵਾਲੀ ਸੇਵਾ ਮੁਕੰਮਲ ਕਰਦਾ ਹੈ ਜਾਂ ਜਿਸ ਦਿਨ ਉਹ 50 ਸਾਲਾਂ ਦੀ ਉਮਰ ਦਾ ਹੁੰਦਾ ਹੈ ਜਾਂ ਉਸ ਤੋਂ ਬਾਅਦ ਦੀ ਕਿਸੇ ਅਜਿਹੀ ਤਾਰੀਖ ਨੂੰ ਜੋ ਨੋਟਿਸ ਵਿੱਚ ਉਲਿਖਤ ਕੀਤੀ ਗਈ ਹੋਵੇ ਅਤੇ ਰਿਟਾਇਰ ਕਰ ਦੇਣਾ ਲੋਕ ਹਿੱਤ ਵਿੱਚ ਹੋਵੇ ਤਾਂ ਉਸ ਕਰਮਚਾਰੀ ਨੂੰ ਲਿਖਤੀ ਰੂਪ ਵਿੱਚ ਅਗੇਤਰ 3 ਮਹੀਨੇ ਦਾ ਨੋਟਿਸ ਦੇ ਕੇ ਰਿਟਾਇਰ ਕਰ ਸਕਦਾ ਹੈ। ਡੰਡੀ ਪਰ ਇਸ ਵਿਭਾਗ ਦੇ ਨੋਟਿਸ ਵਿੱਚ ਆਇਆ ਹੈ ਕਿ ਕਈ ਵਾਰ ਕਿਸੇ ਕਰਮਚਾਰੀ ਦੇ ਪ੍ਰੀ ਮੈਚੋਰ ਰਿਟਾਇਰਮੈਂਟ ਦੇ ਹੁਕਮ ਨੁਕਸਦਾਰ ਹੋਣ ਕਾਰਨ ਸੰਬੰਧਿਤ ਕਰਮਚਾਰੀ ਉਸ ਦਾ ਫਾਇਦਾ ਉਠਾ ਕੇ ਅਦਾਲਤ ਵਿੱਚ ਚਲਾ ਜਾਂਦਾ ਹੈ, ਜਿਸ ਕਾਰਨ ਫੈਸਲਾ ਸਰਕਾਰ ਦੇ ਵਿਰੁੱਧ ਹੋ ਜਾਂਦਾ ਹੈ। ਡੰਡੀ ਇਸ ਦੇ ਸੀਟੇ ਵਜੋਂ ਕਰਮਚਾਰੀ ਆਪਣੀ ਤਨਖਾਹ ਦਾ ਏਰੀਅਰ ਕਲੇਮ ਕਰ ਲੈਂਦੇ ਹਨ, ਜਿਸ ਨਾਲ ਸਰਕਾਰ ਉੱਪਰ ਵਾਧੂ ਵਿੱਤੀ ਭਾਰ ਪੈ ਜਾਂਦਾ ਹੈ। ਡੰਡੀ ਇਸ ਲਈ ਕਿਸੇ ਕਰਮਚਾਰੀ ਨੂੰ ਇਹਨਾਂ ਨਿਯਮਾਂ ਅਧੀਨ ਰਿਟਾਇਰ ਕਰਨ ਦੇ ਹੁਕਮ ਜਾਰੀ ਕਰਨ ਸਮੇਂ ਨੱਥੀ ਫਾਰਮੈਟ ਨੂੰ ਮੁੱਖ ਰੱਖਿਆ ਜਾਇਆ ਕਰੇ। ਡੰਡੀ ਸਟਾਪ।